हाँ जी ਡੀਅਰ ਸਟੂਡੈਂਟਸ ਪੀਏ ਸਮੈਸਟਰ ਤੀਜਾ ਇਲੈਕਟਿਵ ਪੰਜਾਬੀ ਦੇ ਵਿਦਿਆਰਥੀਆਂ ਲਈ ਕੁਝ ਸੰਕਲਪ ਨੇ ਜਿਹੜੇ ਕਿ ਯੂਨਿਟ ਨੰਬਰ 3 ਦੇ ਵਿੱਚ ਨੇ ਕਿ ਜਿਨ੍ਹਾਂ ਦੇ ਵਿੱਚ ਅਸੀਂ ਇਹ ਦੱਸਣਾ ਹੈ ਕਿ ਸਾਡੇ ਜਿਹੜੇ ਸਾਹਿਤ ਦੇ ਤੱਤ ਨੇ ਅਲੱਗ-ਅਲੱਗ ਜਿਵੇਂ ਕਥਾਨਕ ਹੈ ਜਾਂ ਵਿਰੇਚਨ ਹੈ, ਅਨੁਕਰਨ ਹੈ, ਰੂਪ ਤੇ ਵਸਤੂ ਹੈ, ਬਿੰਬ ਹੈ, ਇਹਨਾਂ ਦਾ ਕੀ ਭਾਵ ਆ ਅਤੇ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਗੋਂ ਵਰਣਨ ਕਰ ਸਕਦੇ ਹਾਂ ਇਹਨਾਂ ਦਾ। ਤਾਂ ਮੈਂ ਜਿਹੜਾ ਇੱਥੇ ਪ੍ਰਸ਼ਨ ਲਿਆ ਹੈਗਾ ਉਹ ਜਿਹੜਾ ਹੈ ਉਹ 10 ਨੰਬਰ ਦੇ ਅਨੁਸਾਰ ਪੇਪਰ 'ਚ ਆ ਸਕਦਾ, ਕਿਉਂਕਿ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਪ੍ਰਸ਼ਨ ਨੇ ਉਹ ਦੋ ਇਕੱਠੇ ਤੁਸੀਂ ਜੇ ਹੱਲ ਕਰਦੇ ਹੋ ਤਾਂ ਤੁਹਾਡੇ 20 ਨੰਬਰ ਦੇ ਬਣਦੇ ਆ। ਉਸ ਤਰ੍ਹਾਂ ਇਹ 10-10 ਨੰਬਰ ਦੇ ਅਲੱਗ-ਅਲੱਗ ਕੁਐਸਚਨ ਹੈ। ਪਹਿਲਾ ਕੁਐਸਚਨ ਹੈਗਾ ਕਥਾਨਕ, ਪਰ ਇਹ ਦੋਨੋਂ ਹੀ ਪੇਪਰ 'ਚ ਕੰਪਲਸਰੀ ਨੇ। ਜੇ ਸਪੋਜ਼ ਸਾਨੂੰ ਮੰਨ ਲਓ ਚਾਰ ਜਿਹੜੇ ਵੱਖ-ਵੱਖ ਸੰਕਲਪਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸੰਕਲਪਾਂ ਦੇ ਵਿੱਚੋਂ ਦੋ ਕਰਨੇ ਜ਼ਰੂਰੀ ਨੇ। ਜੇ ਅਸੀਂ ਦੋਨਾਂ ਨੂੰ ਕਰਾਂਗੇ ਤਾਂ ਸਾਡਾ 20 ਨੰਬਰ ਦਾ ਬਣੇਗਾ। ਇਸ ਲਈ ਇਸ ਪ੍ਰਸ਼ਨ ਦੇ ਵਿੱਚ ਇੱਕ ਪ੍ਰਸ਼ਨ ਦੇ ਵਿੱਚ ਦੋ ਜਿਹੜੇ ਸਾਡੇ ਸਾਹਿਤ ਦੇ ਤੱਤ ਨੇ ਉਹਨਾਂ ਨੂੰ ਸੋਲਵ ਕਰਨਾ ਹੋਏਗਾ। ਅਤੇ ਮੈਂ ਗੱਲ ਕਰ ਰਹੀ ਹਾਂ ਕਥਾਨਕ ਬਾਰੇ। ਕਥਾਨਕ ਜਿਵੇਂ ਨਾਮ ਤੋਂ ਸਪਸ਼ਟ ਆ, ਕਥਾਨਕ ਦਾ ਮਤਲਬ ਹੈ ਕਥਾ ਦਾ ਕੋਈ ਵਿਸਥਾਰ ਜਾਂ ਕਥਾ ਦੀ ਉਸਾਰੀ। ਕਥਾਨਕ ਦਾ ਸੰਬੰਧ ਹਰ ਉਸ ਰਚਨਾ ਨਾਲ ਹੈ ਜਿਸ ਦੇ ਵਿੱਚ ਕੋਈ ਕਥਾ ਲੈ ਕੇ ਨਾਵਲਕਾਰ ਜਾਂ ਕਹਾਣੀਕਾਰ ਜਾਂ ਸਾਹਿਤਕਾਰ ਨੇ ਉਸ ਕਥਾ ਨੂੰ ਪਾਤਰਾਂ ਦੇ ਜ਼ਰੀਏ ਕਲਪਨਾ ਦੇ ਨਾਲ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਕਥਾਨਕ ਨਾਵਲ, ਕਹਾਣੀ, ਨਾਟਕ ਦਾ ਮਹੱਤਵਪੂਰਨ ਭਾਗ ਆ ਅਤੇ ਕਥਾਨਕ ਨੂੰ ਗੋਂਦ ਵੀ ਕਹਿ ਦਿੱਤਾ ਜਾਂਦਾ, ਪਲਾਟ ਜਾਂ ਗੋਂਦ। ਜਦੋਂ ਨਾਵਲਕਾਰ ਜਾਂ ਕਹਾਣੀਕਾਰ ਜਦੋਂ ਕੋਈ ਵਿਸ਼ਾ ਚੁਣਦਾ ਹੈ ਅਤੇ ਉਸ ਨੂੰ ਸਹੀ ਤਰਤੀਬ ਦੇਣਾ, ਘਟਨਾਵਾਂ ਨੂੰ ਕ੍ਰਮਵਾਰ ਢੰਗ ਨਾਲ ਪੇਸ਼ ਕਰਨਾ, ਇਹੀ ਕਥਾਨਕ ਦਾ ਜਿਹੜਾ ਮੁੱਖ ਰੋਲ ਆ। ਜਦੋਂ ਅਸੀਂ ਕਹਾਣੀਕਾਰ ਜਾਂ ਨਾਵਲਕਾਰ ਜਾਂ ਨਾਟਕਕਾਰ ਜਿਹੜਾ ਵੀ ਕਥਾ ਵਸਤੂ ਦੀ ਉਸਾਰੀ ਕਰ ਰਿਹਾ ਉਹ ਸਮਾਜ ਦੇ ਵਿੱਚੋਂ ਕੋਈ ਵਿਸ਼ਾ ਲੈ ਲੈਂਦਾ ਜਾਂ ਦੁਨੀਆ 'ਚੋਂ ਕੋਈ ਵਿਸ਼ਾ ਲੈ ਕੇ ਉਸ ਵਿਸ਼ੇ ਨੂੰ ਜਦੋਂ ਉਸ ਦੀ ਉਸਾਰੀ ਕਰਨ ਲੱਗਦਾ ਆ, ਉਸ ਵਿਸ਼ੇ ਦੀ ਕੋਈ ਕਥਾ ਰਚਨਾ ਦਾ ਸੰਸਾਰ ਉਸਾਰਨ ਲੱਗਦਾ ਆ, ਤਾਂ ਉਹਦੇ ਵਿੱਚ ਉਸ ਨੂੰ ਇਹ ਵੇਖਣਾ ਪੈਂਦਾ ਕਿ ਉਸਨੇ ਕਿਹੜੀ ਘਟਨਾ ਨੂੰ ਪਹਿਲਾਂ, ਕਿਹੜੀ ਨੂੰ ਬਾਅਦ ਵਿੱਚ, ਕਿਹੜੀ ਨੂੰ ਅੰਤ ਵਿੱਚ ਦੇਣਾ ਆ। ਤਾਂ ਕਥਾਨਕ ਦੇ ਬਾਰੇ ਰਤਨ ਸਿੰਘ ਜੱਗੀ ਹੁਣਾਂ ਨੇ ਕਿਹਾ, ਕਥਾਨਕ ਕਿਸੇ ਵੀ ਗਲਪੀ ਅਤੇ ਨਾਟਕੀ ਰਚਨਾ ਦੀ ਬੁਨਿਆਦ ਹੈ ਜਿਸ ਉੱਪਰ ਸਮੁੱਚੀ ਕਥਾ ਦੀ ਉਸਾਰੀ ਕੀਤੀ ਜਾਂਦੀ ਹੈ। ਅਤੇ ਇਹਦੇ 'ਚ ਸਮੁੱਚੀ ਕਥਾ ਜਿਹੜੀ ਆ, ਗਲਪੀ ਦਾ ਮਤਲਬ ਕਹਾਣੀ ਅਤੇ ਨਾਵਲ ਦੇ ਵਿੱਚ, ਅਤੇ ਨਾਟਕ ਦੇ ਵਿੱਚ ਇਹਦਾ ਮੁੱਖ ਰੋਲ ਆ। ਇਹਦੇ ਨਾਲ ਸਮੁੱਚੀ ਕਥਾ ਦੀ ਉਸਾਰੀ ਹੁੰਦੀ ਆ। ਕਥਾਨਕ ਦੀ ਉਸਾਰੀ ਸਮੇਂ ਲੇਖਕ ਦੋ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਪਹਿਲੀ ਵਿਧੀ ਕੀ ਆ ਕਿ ਉਹ ਇਹ ਪ੍ਰਯੋਗ ਦੇਖਦਾ ਹੈ ਕਿ ਕਿਸੇ ਵੀ ਕਥਾ ਦਾ ਸ਼ੁਰੂਆਤ ਕਿੱਥੇ ਆ, ਮੱਧ ਕਿੱਥੇ ਆ, ਅੰਤ ਕਿੱਥੇ ਆ। ਇਹ ਤਿੰਨਾਂ ਨੂੰ ਆਧਾਰ ਬਣਾ ਕੇ ਉਹ ਇਸ ਤਰ੍ਹਾਂ ਕਥਾ ਦੀ ਉਸਾਰੀ ਕਰਦਾ। ਕਈ ਵਾਰ ਲੇਖਕ ਪਿਛਲ ਝਾਤ ਦੀ ਤਕਨੀਕ ਅਪਣਾਉਂਦੇ ਹੋਏ, ਫਲੈਸ਼ਬੈਕ ਦੀ ਤਕਨੀਕ ਅਪਣਾਉਂਦੇ ਹੋਏ ਘਟਨਾ ਨੂੰ ਪਿੱਛੋਂ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਵੇਰਵੇ ਲੈ ਕੇ ਆਉਂਦਾ ਆ, ਅਤੇ ਕਈ ਵਾਰ ਉਹ ਕਥਾ ਨੂੰ ਸ਼ੁਰੂ ਤੋਂ ਸ਼ੁਰੂ ਕਰਕੇ ਅੰਤ ਤੱਕ ਜਿਹੜਾ ਲੜੀਵਾਰ ਪੇਸ਼ ਕਰਦਾ ਹੈ। ਇਹ ਲੇਖਕ ਦੀ ਆਪਣੀ ਚੋਇਸ ਆ, ਆਪਣੀ ਇੱਛਾ ਆ, ਜਾਂ ਉਸ ਦੀ ਕਥਾ ਦੀ ਮੰਗ ਆ ਕਿ ਉਸਨੇ ਹੁਣ ਤੋਂ ਸ਼ੁਰੂ ਕਰਨਾ ਹੈ ਜਾਂ ਪਿਛਲੇ ਸਮੇਂ ਤੋਂ ਸ਼ੁਰੂ ਕਰਨਾ ਹੈ। ਲੇਖਕ ਆਪਣੀ ਰਚਨਾ ਦੀ ਉਸਾਰੀ ਸਮੇਂ ਆਰੰਭ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਕਥਾਨਕ ਦੇ ਸ਼ੁਰੂ ਵਿੱਚ ਪਾਤਰ, ਘਟਨਾ ਤੋਂ ਵਾਤਾਵਰਨ ਦੀ ਮਦਦ ਨਾਲ ਕਥਾਨਕ ਦੀ ਉਸਾਰੀ ਕੀਤੀ ਜਾਂਦੀ ਹੈ। ਲੇਖਕ ਦੀ ਕੋਸ਼ਿਸ਼ ਹੁੰਦੀ ਹੈ ਕਿ ਕਥਾਨਕ ਦੀ ਵਿਧੀ ਪੂਰਵਕ ਵਿਕਾਸ ਹੋ ਸਕੇ, ਪਾਠਕਾਂ ਦੀ ਉਤਸੁਕਤਾ ਵੀ ਬਣੀ ਰਹੇ, ਅਤੇ ਕਈ ਵਾਰੀ ਕਥਾਨਕ ਜਟਿਲ ਜਾਂ ਮੁਸ਼ਕਿਲ ਸਥਿਤੀਆਂ ਤੋਂ ਆਰੰਭ ਹੁੰਦਾ ਹੋਇਆ ਸਰਲਤਾ ਵੱਲ ਵੱਧਦਾ ਹੈ। ਕਈ ਵਾਰ ਸਰਲ ਹੁੰਦਾ ਹੋਇਆ ਜਟਿਲਤਾ ਵੱਲ ਵੱਧਦਾ ਆ, ਅਤੇ ਕਈ ਵਾਰ ਜਟਿਲ ਹੁੰਦਾ ਹੋਇਆ ਸਰਲਤਾ ਵੱਲ ਵੱਧਦਾ। ਇਹ ਸਾਰਾ ਕੁਝ ਲੇਖਕ ਦੀ ਆਪਣੀ ਚੋਣ 'ਤੇ ਨਿਰਭਰ ਕਰਦਾ ਜਾਂ ਕਹਾਣੀ ਦੀ ਮੰਗ ਦੇ ਅਨੁਸਾਰ ਹੈ। ਅਤੇ ਕਈ ਵਾਰ ਸਰਲਤਾ ਤੋਂ ਸ਼ੁਰੂ ਕਰਕੇ ਜਟਿਲਤਾ ਵੱਲ ਜਾਂਦਾ ਹੈ। ਗਲਪਕਾਰ ਕਹਾਣੀ ਦੇ ਕਥਾਨਕ ਮੱਧ ਤੱਕ ਘਟਨਾਵਾਂ ਨੂੰ ਗੁੰਝਲਦਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਮੱਧ ਜਾਂ ਸਿਖਰ 'ਤੇ ਪਹੁੰਚ ਕੇ ਕਥਾਨਕ ਵਿਚਲੀ ਕਥਾ ਪਾਤਰਾਂ 'ਚ ਉਲਝ ਜਾਂਦੀ ਹੈ। ਬਾਅਦ ਵਿੱਚ ਉਹ ਕਥਾ ਜਿਹੜੀ ਆ ਉਹ ਹੋਰ ਜ਼ਿਆਦਾ ਜਟਿਲ ਹੁੰਦੀ ਜਾਂਦੀ ਹੈ। ਪਾਠਕਾਂ ਦੀ ਉਤਸੁਕਤਾ ਵੱਧਦੀ ਜਾਂਦੀ ਹੈ ਕਿ ਅੱਗੇ ਕੀ ਹੋਏਗਾ। ਉਹੀ ਕਥਾ ਜਾਂ ਉਹੀ ਰਚਨਾ ਮਹੱਤਵਪੂਰਨ ਹੈ ਜਿਸ ਦੇ ਵਿੱਚ ਪਾਠਕਾਂ ਨੂੰ ਬਾਰ-ਬਾਰ ਇਹ ਜਾਣਨ ਦਾ ਇੱਛਾ ਹੋਵੇ ਕਿ ਅੱਗੇ ਕੀ ਵਾਪਰੇਗਾ। ਉਹ ਪਾਠਕਾਂ ਦੀ ਉਤਸੁਕਤਾ ਨੂੰ ਕਾਇਮ ਰੱਖਦੀ ਹੈ। ਕਹਾਣੀ ਅਤੇ ਇਕਾਂਗੀ ਦਾ ਮੱਧ ਛੇਤੀ ਬਣ ਜਾਂਦਾ ਕਿਉਂਕਿ ਇਹ ਛੋਟੇ ਨੇ, ਅਤੇ ਨਾਵਲ ਅਤੇ ਨਾਟਕ ਦਾ ਜਿਹੜਾ ਮਿਡਲ ਆ ਜਾਂ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਲਾਈਮੈਕਸ ਜਾਂ ਸਿਖਰ, ਬਹੁਤ ਧੀਮੀ ਗਤੀ ਨਾਲ ਵੀ ਬਣ ਸਕਦਾ ਹੈ। ਕਥਾਨਕ ਦਾ ਜੋ ਅੰਤ ਆ ਉਹ ਕਿਸੇ ਵੀ ਘਟਨਾ ਨੂੰ ਸੁਲਝਾਉਣ ਵੱਲ ਆ। ਕਹਾਣੀਕਾਰ ਨੇ ਜਦੋਂ ਨਾਵਲਕਾਰ ਨੇ ਜਾਂ ਨਾਟਕਕਾਰ ਨੇ ਇੱਕ ਸਮੱਸਿਆ ਲਈ
ਉਸ ਸਮੱਸਿਆ ਦਾ ਉਸਨੇ ਹੌਲੀ ਹੌਲੀ ਉਸ ਨੂੰ ਇੱਕ ਵਿਸਥਾਰ ਦਿੱਤਾ। ਉਸ ਸਮੱਸਿਆ ਨੂੰ ਉਹਦੇ ਵਿੱਚ ਬਹੁਤ ਸਾਰੀਆਂ ਜਟਿਲਤਾਵਾਂ ਪੈਦਾ ਕੀਤੀਆਂ ਅਤੇ ਫਿਰ ਜਦੋਂ ਜਦੋਂ ਕਹਾਣੀ ਦਾ ਅੰਤ ਵੱਲ ਕੋਈ ਵੀ ਰਚਨਾ ਜਾਂਦੀ ਆ, ਉਦੋਂ ਉਦੋਂ ਹੀ ਉਸ ਵਿਚਲੀਆਂ ਘਟਨਾਵਾਂ ਨੂੰ ਸੁਲਝਾਉਣ ਵੱਲ ਵੀ ਲੇਖਕ ਦਾ ਧਿਆਨ ਹੋ ਜਾਂਦਾ ਅਤੇ ਕਈ ਵਾਰ ਲੇਖਕ ਕਥਾਨਕ ਦੇ ਅੰਤ ਵਿੱਚ ਪਾਠਕਾਂ ਦੀ ਕਲਪਨਾ 'ਤੇ ਘਟਨਾ ਨੂੰ ਛੱਡ ਦਿੰਦਾ ਆ ਅਤੇ ਕਈ ਵਾਰ ਅੰਤ ਵਿੱਚ ਕੋਈ ਨਾ ਕੋਈ ਸੁਝਾਉ ਦੇ ਕੇ, ਕੋਈ ਨਾ ਕੋਈ ਸਿੱਖਿਆ ਦੇ ਕੇ, ਕੋਈ ਨਾ ਕੋਈ ਪ੍ਰਚਾਰ ਕਰਕੇ ਕਥਾਨਕ ਨੂੰ ਖ਼ਤਮ ਕਰਦਾ ਹੈ। ਵਧੇਰੇ ਕਰਕੇ ਜਿਹੜੇ ਸਾਡੇ ਪੁਰਾਣੀ ਪੀੜ੍ਹੀ ਦੇ ਕਲਾ ਹੈਗੇ ਸੀਗੇ ਗਲਪਕਾਰ, ਜਿਹੜੇ ਇੱਕ ਸੁਧਾਰਵਾਦੀ, ਆਦਰਸ਼ਵਾਦੀ ਕਹਾਣੀਕਾਰ ਜਾਂ ਨਾਟਕਕਾਰ ਨੇ, ਉਹ ਕਹਾਣੀ ਦੇ ਅੰਤ ਵਿੱਚ ਕੋਈ ਨਾ ਕੋਈ ਪ੍ਰਚਾਰ ਕਰਕੇ ਉਸ ਨੂੰ ਖ਼ਤਮ ਕਰਦੇ ਸੀ। ਪਰ ਅਜੋਕੇ ਦੌਰ ਦੀ ਜੇ ਅਸੀਂ ਗਲਪਕਾਰੀ ਦੇਖੀਏ, ਨਾਟਕਕਾਰੀ ਵੇਖੀਏ ਤਾਂ ਕੋਈ ਬਹੁਤਾ ਇਸ ਦਾ ਪੱਕਾ ਨਿਯਮ ਨਹੀਂ ਆ। ਲੇਖਕ ਆਪਣੇ ਅਨੁਸਾਰ ਪਾਠਕਾਂ ਦੀ ਕਲਪਨਾ 'ਤੇ ਬਹੁਤ ਕੁਝ ਛੱਡਦੇ ਨੇ। ਕਥਾਕਾਰ ਜਾਂ ਨਾਟਕਕਾਰ ਦੀ ਜਿਹੜੀ ਦੂਸਰੀ ਵਿਧੀ ਆ, ਉਹਨੂੰ ਆਪਾਂ ਪ੍ਰਭਾਵ ਦੀ ਏਕਤਾ ਕਹਿ ਸਕਦੇ ਹਾਂ। ਇਹਦੇ ਵਿੱਚ ਲੇਖਕ ਇਹ ਦੇਖਦਾ ਆ ਕਿ ਕਿਸੇ ਵੀ ਰਚਨਾ ਦਾ ਜੋ ਸਮਾਂ, ਸਥਾਨ ਅਤੇ ਕਾਰਜ ਆ, ਉਹਨੂੰ ਵਧੇਰੇ ਤਸੱਲੀ ਨਾਲ ਦੇਖਿਆ ਜਾਵੇ। ਸਮਾਂ ਜਿਹੜਾ ਹੋਏਗਾ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਮਾਂ ਲੇਖਕ ਨੇ ਜਿਹੜਾ ਲਿਆ ਆ, ਉਹ ਪਿਛਲੇ ਆਪਣੇ ਫਲੈਸ਼ਬੈਕ, ਪਿਛਲ ਝਾਤ ਦੀ ਤਕਨੀਕ ਵਾਲਾ ਸਮਾਂ ਅਤੇ ਵਰਤਮਾਨ ਤੱਕ ਆਉਂਦਾ ਹੈ ਅਤੇ ਕਈ ਵਾਰ ਲੇਖਕ ਹੁਣ ਤੋਂ ਸ਼ੁਰੂ ਕਰਕੇ ਅੱਗੇ ਤੱਕ, ਭਵਿੱਖ ਤੱਕ ਜਾਂਦਾ। ਇਹ ਉਸ ਦੀ ਇੱਛਾ 'ਤੇ ਜਾਂ ਫਿਰ ਕਹਾਂਗੇ ਕਹਾਣੀ ਦੀ ਮੰਗ 'ਤੇ ਨਿਰਭਰ ਕਰਦਾ। ਉਸ ਤੋਂ ਬਾਅਦ ਸਥਾਨ ਦੀ ਜੇ ਗੱਲ ਕਰੀਏ ਤਾਂ ਸਥਾਨ ਲੇਖਕ ਜਾਂ ਜਦੋਂ ਕਥਾਨਕ ਦੀ ਚੋਣ ਕਰਦਾ ਆ ਤਾਂ ਉਹ ਸਥਾਨ ਦੀ ਵੀ ਨਿਸ਼ਚਿਤ ਕਰ ਲੈਂਦਾ ਕਿ ਉਸਨੇ ਕਿਹੜੇ ਇਲਾਕੇ ਦੀ ਕਥਾ ਜਿਹੜੀ ਆ ਉਸ ਦਾ ਪ੍ਰਚਾਰ ਕਰਨਾ ਆ। ਇਹ ਕਥਾ ਜਿਹੜੀ ਆ ਉਹ ਮਾਲਵੇ ਦੁਆਬੇ ਆਪਣੇ ਅਨੁਸਾਰ ਉਹ ਜਾਂ ਵਿਦੇਸ਼ ਦੀ ਕੋਈ ਕਥਾ ਵੀ ਹੋ ਸਕਦੀ ਆ, ਤਾਂ ਇਹਦਾ ਸਥਾਨ ਜਿਹੜਾ ਉਹ ਲੇਖਕ ਦੀ ਆਪਣੀ ਕਲਪਨਾ 'ਤੇ ਆਧਾਰਿਤ ਆ ਕਿ ਉਸਨੇ ਕਿਹੜਾ ਸਥਾਨ ਲੈਣਾ। ਕਾਰਜ ਦਾ ਮਤਲਬ ਹੈ ਕਿ ਕਹਾਣੀ ਵਿੱਚ ਵਾਪਰਨ ਵਾਲੀ ਸਮੱਸਿਆ ਕਿੰਨੀ ਤੀਖਣ ਆ, ਕਿੰਨੀ ਪ੍ਰਭਾਵਸ਼ਾਲੀ ਆ, ਕਿੰਨੀ ਉਹਦੇ ਵਿੱਚ ਇਕਾਗਰਤਾ ਹੈ, ਕਿੰਨੀ ਉਸ ਦੇ ਵਿੱਚ ਇਕਜੁੱਟਤਾ ਹੈ। ਤਾਂ ਇਹ ਸਾਰਾ ਕੁਝ ਮਿਲਾ ਕੇ ਕਥਾਨਕ ਦੀ ਰਚਨਾ ਹੁੰਦੀ ਆ, ਜਿਹਦੇ ਵਿੱਚ ਸਮਾਂ, ਸਥਾਨ ਅਤੇ ਕਾਰਜ ਤਿੰਨਾਂ ਦਾ ਹੀ ਆਧਾਰ ਬਣਾਇਆ ਜਾਂਦਾ। ਫਿਰ ਘਟਨਾ ਦਾ ਸਮਾਂ ਨਿਸ਼ਚਿਤ ਕਰਦਾ ਹੈ ਕਹਾਣੀਕਾਰ ਕਥਾਨਕ ਦਾ ਸਮਾਂ। ਹਾਂ, ਕਈ ਵਾਰ ਇਤਿਹਾਸ ਦੀ ਕਿਸੇ ਘਟਨਾ ਨੂੰ ਵੀ ਪੁਨਰ ਸਿਰਜਿਤ ਕੀਤਾ ਜਾਂਦਾ। ਉਹਦੇ ਵਿੱਚ ਲੇਖ ਨੂੰ ਇਤਿਹਾਸਕ ਸੱਚਾਈਆਂ ਦਾ ਪੂਰਾ ਪਤਾ ਹੋਣਾ ਚਾਹੀਦਾ ਕਿ ਜਿਸ ਕਾਲ ਦੀ ਉਹ ਗੱਲ ਕਰ ਰਿਹਾ, ਉਸ ਕਾਲ ਦਾ ਉਹਦੇ ਕੋਲ ਉਸ ਨੂੰ ਕੀ ਜਾਣਕਾਰੀ ਹੈ। ਕਈ ਵਾਰ ਲੇਖਕ ਨੂੰ ਇਹ ਨਹੀਂ ਪਤਾ ਚੱਲਦਾ ਕਿ ਮਤਲਬ ਕਈ ਵਾਰ ਕੁਝ ਲੇਖਕ ਇੰਨੀ ਮਤਲਬ ਉਹ ਕਰ ਜਾਂਦੇ ਆ ਕਿ ਇਤਿਹਾਸਕ ਵੇਰਵੇ ਦਿੰਦੇ ਆ, ਲੇਕਿਨ ਉਸ ਸਮੇਂ ਦੇ ਸੱਭਿਆਚਾਰ ਨੂੰ ਅੱਖੋਂ ਲਾਂਭੇ ਕਰ ਦਿੰਦੇ। ਇਹ ਦੋਨੋਂ ਚੀਜ਼ਾਂ ਜ਼ਰੂਰੀ ਹੈ ਕਿ ਜੇ ਅਸੀਂ ਕੋਈ ਇਤਿਹਾਸਕ ਕਥਾ ਲੈ ਰਹੇ ਹਾਂ ਅਤੇ ਨਾਲ ਸਾਨੂੰ ਉਸ ਵੇਲੇ ਦੇ ਸੱਭਿਆਚਾਰ ਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਆ। ਜੇ ਅਸੀਂ ਇੰਗਲੈਂਡ, ਅਮਰੀਕਾ, ਕਿਸੇ ਵੀ ਦੇਸ਼ ਦੀ ਕਥਾ ਲੈ ਰਹੇ ਹਾਂ ਅਤੇ ਸਾਨੂੰ ਉਸ ਦੇਸ਼ ਦੇ ਸੱਭਿਆਚਾਰ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹਦਾ ਸੰਬੰਧ ਸਾਹਿਤ ਅਤੇ ਸਮਾਜ ਵਾਲੇ ਸੰਕਲਪ ਨਾਲ ਵਧੇਰੇ ਆ। ਤਾਂ ਇੱਥੇ ਜੋ ਮੈਂ ਗੱਲ ਕਰ ਰਹੀ ਹਾਂ ਉਹ ਹੈ ਕਿ ਲੇਖਕ ਦੀ ਇੱਛਾ ਹੈ ਕਿ ਕਹਾਣੀ ਦੇ ਵਿਸ਼ੇ 'ਤੇ ਕਿਹੜਾ ਵਿਸ਼ਾ ਲੈਣਾ, ਉਹਨੇ ਕਿਹੜਾ ਸਥਾਨ ਚੁਣਨਾ ਹੈ। ਅਤੇ ਕਹਾਣੀ ਅਤੇ ਇਕਾਂਗੀ ਦਾ ਸਥਾਨ ਸੀਮਤ ਹੁੰਦਾ, ਜਦੋਂ ਕਿ ਨਾਟਕ ਅਤੇ ਨਾਵਲ ਵੱਖ-ਵੱਖ ਹੋ ਸਕਦੇ ਆ। ਕਥਾਨਕ ਦਾ ਤੀਸਰਾ ਮਹੱਤਵਪੂਰਨ ਪੱਖ ਆ ਕਾਰਜ ਦੀ ਏਕਤਾ, ਭਾਵ ਕਥਾਨਕ ਵਿਚਲੀਆਂ ਘਟਨਾਵਾਂ ਵਿਚਲੀ ਬੁਨਿਆਦੀ ਸੁਰ ਇੱਕ ਹੋਣੀ ਚਾਹੀਦੀ ਹੈ। ਕਹਾਣੀ ਵਿੱਚ ਇੱਕ ਘਟਨਾ ਹੁੰਦੀ ਹੈ, ਇਸ ਲਈ ਕਾਰਜ ਦੀ ਏਕਤਾ ਜ਼ਰੂਰੀ ਹੈ। ਨਾਵਲ ਅਤੇ ਨਾਟਕ ਦੇ ਕਥਾਨਕ ਵਿੱਚ ਲੇਖਕ ਕੋਲ ਖੁੱਲ੍ਹ ਹੁੰਦੀ ਹੈ ਕਿ ਘਟਨਾਵਾਂ ਨੂੰ ਵਧੇਰੇ ਮਾਤਰਾ 'ਚ ਵਰਣਨ ਕਰ ਸਕੇ, ਪਰ ਸਾਰੀਆਂ ਘਟਨਾਵਾਂ ਦੀ ਬੁਨਿਆਦੀ ਸਾਂਝ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਇਸ ਪ੍ਰਕਾਰ ਕਥਾਨਕ ਲੇਖਕ ਦੁਆਰਾ ਚੁਣੇ ਗਏ ਵਿਸ਼ੇ ਪੇਸ਼ਕਾਰੀ ਨਾਲ ਸੰਬੰਧਿਤ ਤਕਨੀਕ ਆ ਅਤੇ ਕਿਸੇ ਵੀ ਰਚਨਾ ਦੀ ਸਫਲਤਾ ਦੀ ਸਹੀ ਉਸਾਰੀ ਕਥਾਨਕ 'ਤੇ ਨਿਰਭਰ ਕਰਦੀ ਆ। ਜਿੰਨਾ ਕਿਸੇ ਗਲਪਕਾਰ ਜਾਂ ਨਾਵਲਕਾਰ ਦਾ ਅਨੁਭਵ ਵਿਸ਼ਾਲ ਹੋਏਗਾ, ਓਨਾ ਹੀ ਉਸਦਾ ਕਥਾਨਕ ਜੋ ਹੈ ਵਧੇਰੇ ਮਜ਼ਬੂਤ ਹੋਏਗਾ। ਤਾਂ ਹੁਣ ਇੱਥੇ ਮੈਂ ਜੇ ਇਸ ਪ੍ਰਸ਼ਨ ਨੂੰ ਆਪਾਂ ਪੂਰੀ ਤਰ੍ਹਾਂ ਸਮੇਟੀਏ ਤਾਂ ਅਸੀਂ ਇਹ 10 ਨੰਬਰ ਦੇ ਸੰਕਲਪ ਦੇ ਵਿੱਚ ਸਟੂਡੈਂਟਸ ਨੂੰ ਮੈਂ ਦੱਸਣਾ ਚਾਹਾਂਗੀ। ਤੁਹਾਨੂੰ ਜੇ ਲੱਗਦਾ ਕਿ ਇਹ 'ਚ ਹੋਰ ਤੁਸੀਂ ਵਾਧਾ ਕਰ ਸਕਦੇ ਹੋ ਤਾਂ ਉਹਦੇ ਲਈ ਤੁਸੀਂ ਥੋੜ੍ਹਾ ਜਿਹਾ ਇਹਨੂੰ ਜ਼ਿਆਦਾ ਵਿਸਥਾਰ ਦੇ ਸਕਦੇ ਹੋ। ਜਿਵੇਂ ਅਸੀਂ ਕਿਹਾ ਪਹਿਲੀ ਵਿਧੀ ਦਾ ਟੇਬਲ ਬਣਾ ਸਕਦੇ ਹੋ, ਆਦਿ, ਮੱਧ ਅਤੇ ਅੰਤ। ਆਦਿ ਦਾ ਮਤਲਬ ਕਿਸੇ ਵੀ ਕਥਾ ਦਾ ਸ਼ੁਰੂਆਤ, ਮੱਧ ਦਾ ਮਤਲਬ ਸਿਖਰ ਅਤੇ ਅੰਤ ਦਾ ਮਤਲਬ ਉਸਦਾ ਅੰਤ ਵਿੱਚ ਲੇਖਕ ਨੇ ਕਿਸ ਤਰ੍ਹਾਂ ਦੀ ਪੇਸ਼ਕਾਰੀ ਦਿੱਤੀ ਆ। ਅਤੇ ਦੂਸਰੀ ਵਿਧੀ ਵਿੱਚ ਦੇ ਸਕਦੇ ਪ੍ਰਭਾਵ ਦੀ ਏਕਤਾ, ਉਹਦੇ ਵੀ ਫਿਰ ਅੱਗੋਂ 3 ਪੁਆਇੰਟ ਤੁਸੀਂ 3 ਤਰ੍ਹਾਂ ਨਾਲ ਉਹਨੂੰ ਕਰ ਸਕਦੇ ਹੋ: ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਅਤੇ ਕਾਰਜ ਦੀ ਏਕਤਾ। ਇਹਨਾਂ ਤਿੰਨਾਂ ਬਾਰੇ ਅਲੱਗ-ਅਲੱਗ ਜਿਹੜੀ ਆ
ਤੁਸੀਂ ਪੁਆਇੰਟਸ ਵੀ ਬਣਾ ਕੇ ਲਿਖ ਸਕਦੇ ਹੋ। ਇੱਥੇ ਮੇਰਾ ਮਕਸਦ ਕੇਵਲ ਤੁਹਾਨੂੰ ਇਸ ਪ੍ਰਸ਼ਨ ਦੇ ਨਾਲ ਜਾਣੂ ਕਰਾਉਣਾ ਸੀਗਾ। ਇਹਦੇ ਵਿੱਚ ਵਿਸਥਾਰ ਕਰ ਸਕਦੇ ਹੋ ਤੁਸੀਂ ਆਪਣੇ ਅਨੁਸਾਰ, ਪਹਿਲੀ ਵਿਧੀ ਦੇ 3 ਪੁਆਇੰਟ ਅਤੇ ਦੂਜੀ ਵਿਧੀ ਦੇ 3 ਪੁਆਇੰਟਸ ਨੂੰ ਵਿਸਥਾਰ ਦੇ ਕੇ, ਕਿਉਂਕਿ ਇਹ 10 ਨੰਬਰ ਦਾ ਪ੍ਰਸ਼ਨ ਹੈ ਔਰ ਇਹਦੇ ਨਾਲ ਇੱਕ ਹੋਰ ਪ੍ਰਸ਼ਨ ਆਏਗਾ। ਇਹ ਦੋਨੋਂ ਮਿਲਾ ਕੇ 20 ਨੰਬਰ ਦੇ ਤੁਹਾਨੂੰ ਮਿਲਣਗੇ। ਇਸ ਲਈ ਜਿਹੜਾ ਵੀ ਪ੍ਰਸ਼ਨ ਇਹਦੇ ਨਾਲ ਹੋਰ ਆਏਗਾ ਉਹ ਵੀ ਕਰਨਾ ਆ। ਤਾਂ ਮੈਂ ਇਹਦੇ ਨਾਲ ਇਸ ਤਰ੍ਹਾਂ ਇਸ ਸਾਰੇ ਪ੍ਰਸ਼ਨ ਦੀ ਉਸਾਰੀ ਸਮੇਂ ਕਥਾਨਕ ਨੂੰ ਤੁਸੀਂ ਸਾਹਮਣੇ ਰੱਖਦੇ ਹੋਏ ਇਸ ਪ੍ਰਸ਼ਨ ਦੀ ਜਿਹੜੀ ਆ ਆਨਸਰ ਹੈ ਇਹਦਾ ਤਿਆਰ ਕਰਨਾ ਹੈ। ਬਹੁਤ ਸ਼ੁਕਰੀਆ।